सूरत ते सीरत दोहां दी धनी है पटियाले वाली रूपिंदर कौर। माँ बोली पंजाबी नाल प्यार दी तां गल ही छड़ दिओ। जिस समय बहुते पंजाबी आईलैट्स करके अंग्रेजी भाषा सीख रहे ने, उस वेले रूपिंदर माँ बोली दा रूह तो प्रचार कर रही है। ਆਪਾਂ ਕਹਿ ਦਿੰਦੇ ਹਾਂ ਹੈ ਨਾ ਵੀ ਪੰਜਾਬੀ ਬਚਾਓ ਪੰਜਾਬੀ ਬਚਾਓ। ਫਿਰ ਮੈਂ ਸੋਚਿਆ ਵੀ ਕਹਿਣ ਦੀ ਬਜਾਏ ਤੁਸੀਂ ਖੁਦ ਦੇਖੋ ਤੁਸੀਂ ਆਪ ਕੀ ਕਰਨਾ। ਮੈਨੂੰ ਲੱਗਿਆ ਸੀ ਵੀ ਜੇ ਹਰ ਕੋਈ ਇਹ ਚੀਜ਼ ਖੁਦ ਹੀ ਸੋਚ ਲੇ ਤਾਂ ਉਹਨੂੰ ਨਾਅਰੇ ਲਾਉਣ ਦੀ ਲੋੜ ਨਾ ਪਵੇ। ਗੁਰਮੁਖੀ ਦੇ ਬੇਟੇ ਸਰਤਾਜ ਵਾਂਗ ਹੀ ਗੁਰਮੁਖੀ ਦੀ ਲਾਡਲੀ ਦੀਆਂ ਸਿਫਤਾਂ ਇਸ ਦੇ ਕੰਮ ਨੂੰ ਦੇਖ ਕੇ ਸਿੱਧਾ ਦਿਲੋਂ ਹੁੰਦੀਆਂ ਨੇ। ਮਾਂ ਬੋਲੀ ਦੀ ਸਿਖਾਈ ਮਿਹਨਤ ਤੇ ਲਗਨ ਹੀ ਹੈ ਜਿਸ ਨੇ ਰੂਪ ਨੂੰ ਮਾੜੇ ਤੋਂ ਮਾੜੇ ਹਾਲਾਤਾਂ 'ਚ ਵੀ ਡੋਲਣ ਨਹੀਂ ਦਿੱਤਾ। ਕਿਸੇ ਦਾ ਸਾਥ ਮਹਿਸੂਸ ਹੋ ਰਿਹਾ ਵੀ ਕੋਈ ਮੇਰੇ ਨਾਲ ਖੜਾ, ਤਾਂ ਮੈਨੂੰ ਮੇਰੀ ਮਸ਼ੀਨ ਵੱਲ ਵੇਖ ਕੇ ਵੀ ਹਮੇਸ਼ਾ ਇਹ ਫੀਲ ਹੁੰਦਾ ਵੀ ਯਾਰ ਮੈਂ ਇਕੱਲੀ ਨਹੀਂ, ਮੇਰੇ ਨਾਲ ਕੋਈ ਹੈ। ਪਿੰਡ ਦੀ ਜਾਈ ਰੂਪ ਪੜ੍ਹਾਈ ਤੇ ਸ਼ਹਿਰ ਦੇ ਸਾਰੇ ਖਰਚੇ ਇਸੇ ਕੰਮ ਸਿਰੋਂ ਕੱਢਦੀ ਹੈ। ਮੈਂ ਮਤਲਬ ਹੁਣ ਤੱਕ ਅਗਰ ਕਹਿ ਸਕਾਂ ਆਪਣੀ ਪੜ੍ਹਾਈ ਦਾ ਖਰਚਾ ਇਸੇ ਕੰਮ ਤੋਂ ਹੀ ਤੋਰਿਆ। ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਮੈਂ ਅੱਜ ਨੈਟ ਕਲੀਅਰ ਕੀਤਾ ਮੈਂ ਇਸ ਕੰਮ ਕਰਕੇ ਹੀ ਕੀਤਾ। ਤਾਂ ਹੀ ਤਾਂ ਸਿਰ ਉੱਚਾ ਰੱਖ ਕੇ ਸੁਪਨੇ ਪੂਰੇ ਕਰਨ ਵਾਲੀ ਇਸ ਧੀ ਤੇ ਮਾਪੇ ਵੀ ਪੂਰਾ ਮਾਣ ਕਰਦੇ ਨੇ। ਕੁੜੀਆਂ ਮੇਰੇ ਕੋਲ ਆਉਂਦੀਆਂ ਵੀ ਨੇ ਹੈ ਨਾ, ਮੈਂ ਉਹਨਾਂ ਨੂੰ ਕੰਮ ਸਿਖਾਉਣੀ ਆ ਤਾਂ ਵੀ ਉਹ ਕਾਮਯਾਬ ਹੋਣਗੀਆਂ। ਮੈਨੂੰ ਮੇਰੇ 'ਚ ਇੰਨੀ ਕੁ ਪੋਜ਼ੀਟਿਵਿਟੀ ਹੈ, ਜੇ ਵੀ ਮੈਂ ਕੁਛ ਕਰ ਸਕਦਾ ਤਾਂ ਉਹ ਵੀ ਕੁਛ ਕਰ ਸਕਦੀਆਂ ਨੇ ਅੱਗੇ ਜਾ ਕੇ। ਆ ਜਾਓ ਫਿਰ ਤੁਹਾਨੂੰ ਵੀ ਮਿਲਾਈਏ ਖੱਦਰ ਦੇ ਝੋਲਿਆਂ ਤੇ ਅੱਖਰਾਂ ਦੀ ਮਜਲਿਸ ਸਜਾਉਣ ਵਾਲੀ ਹੁਨਰਮੰਦ ਪੰਜਾਬਣ ਧੀ ਦੇ ਨਾਲ। तेरा अखर अखर पाक है, तेरा पीरां दे नाल साक है। तू कौतक दी कोई किस्म है, तेरे रूप च कोई तलिस्म है। तू है परवाज उकाब दी, तू रौनक देश पंजाब दी, तू रौनक देश पंजाब दी। सत श्री अकाल, तुसी जुड़े हो अखर दे नाल ते मैं हाँ अर्पण कौर। अज मैं तुहानूं एक ऐसी ही अखरां दे नाल जोड़न वाली प्यारी कुड़ी दे रूबरू करवाउणा है जिस दे कोल कला है, सोहज है ते इसे नूं उसने अपना रोज़गार बना लिया ते इसे दे जरिए ही ਉਹ ਪੰਜਾਬੀਅਤ ਦੀ ਪੰਜਾਬੀ ਸੱਭਿਆਚਾਰ ਦੀ ਸੇਵਾ ਵੀ ਕਰ ਰਹੀ ਹੈ। ਸੋ ਅੱਜ ਮੇਰੇ ਨਾਲ ਮੌਜੂਦ ਰਹੇਗੀ ਜ਼ਿਲ੍ਹਾ ਸੰਗਰੂਰ ਦੇ ਦਿਆਲਗੜ੍ਹ ਦੀ ਧੀ ਰੁਪਿੰਦਰ ਕੌਰ, ਜਿਸ ਨੇ ਕਿ ਰੁਪਿੰਦਰ ਬਸਤਾ ਘਰ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਉਹ ਅੱਖਰਾਂ ਦੀ ਕਢਾਈ ਕਰਦੀ ਹੈ ਖੱਦਰ ਦੇ ਬਸਤਿਆਂ ਦੇ ਉੱਤੇ। ਸੋ ਅੱਜ ਉਹਦਾ ਸਵਾਗਤ ਕਰਦੇ ਹਾਂ, ਉਸ ਦੇ ਨਾਲ ਗੱਲਬਾਤ ਕਰਾਂਗੇ। ਰੁਪਿੰਦਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਖਰ ਤੇ। ਸ਼ੁਕਰੀਆ ਜੀ। ਸੋ ਅੱਖਰ ਦੇ ਨਾਲ ਜੁੜੇ ਹੋ ਔਰ ਇੱਕ ਕੋਸ਼ਿਸ਼ ਵੀ ਕਰ ਰਹੇ ਹੋ ਅੱਖਰਾਂ ਦੇ ਨਾਲ ਜੋੜਨ ਦੀ। ਇਹ ਉਹ ਦੌਰ ਹੈ ਜਦੋਂ ਸਾਡੇ ਮੁੰਡੇ ਕੈਨੇਡਾ ਦੇ ਫਲੈਗ ਦੀਆਂ ਟੀ-ਸ਼ਰਟਾਂ ਪਾ ਕੇ ਮਾਣ ਮਹਿਸੂਸ ਕਰਦੇ ਨੇ। ਇਹਦੇ ਵਿੱਚ ਤੁਸੀਂ ਖੱਦਰ ਦੇ ਅੱਖਰਾਂ ਦੇ ਨਾਲ ਕਢਾਈ ਕੀਤੇ ਹੋਏ ਬਸਤੇ ਜਿਹੜੇ ਨੇ ਉਹ ਪੰਜਾਬੀਆਂ ਦੇ ਹੱਥਾਂ 'ਚ ਫੜਾਉਣ ਦੀ ਚਾਹਤ ਰੱਖ ਰਹੇ ਹੋ, ਇੱਦਾਂ ਕਿਉਂ? ਹਾਂਜੀ, ਜਿੱਦਾਂ ਸਭ ਤੋਂ ਪਹਿਲਾਂ ਅਸੀਂ ਕੰਮ ਸ਼ੁਰੂ ਕਿਉਂ ਕੀਤਾ ਹੈ ਨਾ, ਤੇ ਉਹਦਾ ਇਹ ਸੀਗਾ ਵੀ ਅਸੀਂ ਦੇਖਿਆ ਇੱਥੇ ਬੱਚੇ ਹੈ ਨਾ, ਜ਼ਿਆਦਾਤਰ ਛੋਟੇ ਬੱਚੇ ਦੇਖੇ ਹਿੰਦੀ ਬੋਲਦੇ ਆ ਤੇ ਆਪਾਂ ਨੂੰ ਪਤਾ ਵੀ ਆਪਾਂ ਪੰਜਾਬੀ ਪੜ੍ਹ ਕੇ ਆਏ ਹੋਏ ਆ ਤੇ ਆਪਾਂ ਵੀ ਚਾਹੁੰਦੇ ਹੁੰਦੇ ਆ ਬੱਚੇ ਨਾਲ, ਮੰਨ ਲਓ ਮੈਂ ਗੱਲ ਕਰ ਰਹੀ ਹਾਂ ਬੱਚੇ ਨਾਲ, ਬੱਚੇ ਛੋਟੇ ਬੱਚੇ ਨਾਲ ਗੱਲ ਕਰ ਰਹੀ ਹਾਂ, ਹਿੰਦੀ 'ਚ ਗੱਲ ਕਰੇਗਾ ਤਾਂ ਓਬਵੀਅਸਲੀ ਮੈਨੂੰ ਵੀ ਹਿੰਦੀ 'ਚ ਗੱਲ ਕਰਨੀ ਪਊਗੀ। ਉਹ ਸਮਝਦੇ ਨਹੀਂ ਪੰਜਾਬੀ, ਤਾਂ ਸਾਨੂੰ ਸੋਚਿਆ ਵੀ ਇੱਥੇ ਪੰਜਾਬੀ ਯੂਨੀਵਰਸਿਟੀ ਆ ਕੇ ਸੋਚਿਆ ਵੀ ਪੰਜਾਬੀ ਯੂਨੀਵਰਸਿਟੀ ਦਾ ਨਾਮ ਹੀ ਤੁਸੀਂ ਲਾ ਲਓ ਪੰਜਾਬੀ 'ਤੇ ਆ, ਤਾਂ ਕਿ ਉਹਨੂੰ ਇਹੋ ਜਿਹਾ ਹੀ ਕੰਮ ਸ਼ੁਰੂ ਕੀਤਾ ਜੋ ਜਿੱਥੇ ਵੀ ਪੰਜਾਬੀ ਹੀ ਹੋਵੇ। ਆਪਾਂ ਕਿਉਂ ਮਤਲਬ ਮਾਣ ਮਹਿਸੂਸ ਕਰਦੇ ਹਾਂ ਦੋ ਇੰਗਲਿਸ਼ ਦੇ ਵਰਡ ਬੋਲ ਕੇ ਹੈ ਨਾ, ਕਹਿ ਦਿੰਦੇ ਆ ਵੀ ਪੰਜਾਬੀ ਤੁਸੀਂ ਪੰਜਾਬੀ ਬੋਲਦੇ ਹੋ ਹੈ ਨਾ, ਮਤਲਬ ਕਿ ਇੱਕ ਹੁੰਦਾ ਹੇਠੀ ਮਹਿਸੂਸ ਕਰਵਾਉਂਦੇ ਆ ਹੈ ਨਾ। ਜ਼ਿਆਦਾਤਰ ਦੇਖਿਆ ਉਦੋਂ ਟੀ-ਸ਼ਰਟਾਂ ਉੱਪਰ ਇੰਗਲਿਸ਼ ਦੇ ਉਹ ਹੋ ਗਏ ਹੈ ਨਾ, ਝੰਡੇ ਦੀ ਫੋਟੋ ਹੋ ਗਈ, ਪੰਜਾਬ ਦਾ ਨਹੀਂ ਛਪਦਾ ਆਪਾਂ ਨੂੰ ਪਤਾ। ਅਤੇ ਉਹਦੇ ਨਾਲ ਸਾਨੂੰ ਇਹ ਲੱਗਿਆ ਵੀ ਕੋਈ ਨੇ ਇਹੋ ਜਿਹਾ ਕੰਮ ਸ਼ੁਰੂ ਕੀਤਾ ਵੀ ਜਿਹਦੇ ਨਾਲ ਪੰਜਾਬੀ ਆਪਣੇ ਆਪ ਹਾਈਲਾਈਟ ਹੋਵੇ ਅਤੇ ਉਹ ਚੀਜ਼ ਸੋਹਣੀ ਵੀ ਲੱਗੇ ਹੈ ਨਾ, ਹੋਊਗੀ ਓਬਵੀਅਸਲੀ ਪੰਜਾਬ 'ਚ ਰਹਿ ਰਹੇ ਹੋ ਤਾਂ ਪੰਜਾਬੀ ਸੋਹਣੀ ਲੱਗੂਗੀ ਹੈ ਨਾ। ਅਤੇ ਤਾਂ ਕਰਕੇ ਅਸੀਂ ਸੋਚਿਆ ਵੀ ਆਪਾਂ ਪੰਜਾਬੀ ਨੂੰ ਅੱਗੇ ਲੈ ਕੇ ਆਈਏ। ਅਸੀਂ ਸੋਚਿਆ ਵੀ ਬਸਤਿਆਂ ਤੋਂ ਸ਼ਰਟਾਂ ਉੱਪਰ ਦੁਪੱਟਿਆਂ ਉੱਪਰ ਪੰਜਾਬੀ ਲੈ ਕੇ ਆਈਏ ਤਾਂ ਕਿ ਪੰਜਾਬੀ ਦਿਖੇ, ਸਭ ਨੂੰ ਪਿਆਰੀ ਲੱਗੇ। ਅੱਛਾ ਰੁਪਿੰਦਰ, ਜਿਵੇਂ ਮੈਂ ਦੇਖ ਰਹੀ ਸੀ ਕਿ ਤੁਸੀਂ ਰੂਪਿੰਦਰ ਬਸਤਾ ਘਰ ਸ਼ੁਰੂ ਕੀਤਾ ਹੋਇਆ ਹੈ ਨਾ, ਸੋ ਬਸਤੇ ਜਾਂ ਬੈਗਸ ਇਹ ਵਾਲੇ ਪਾਸੇ ਹੀ ਕਿਉਂ, ਜਾਂ ਹੋਰ ਕਿਹੜੀ ਕਢਾਈ ਹੈ ਜਿਹੜੀ ਤੁਸੀਂ ਕਰਦੇ ਆ? ਅਸਲ ਜਦੋਂ ਮੇਰੀ ਸਟਾਰਟਿੰਗ ਹੋਈ ਸੀ ਉਦੋਂ ਤਾਂ ਆਪਾਂ ਸੂਟਾਂ ਤੋਂ ਹੀ ਕੀਤੀ ਸੀ। ਮੈਂ ਮਤਲਬ ਕਿ ਹੁਣ ਤੱਕ ਅਗਰ ਕਹਿ ਸਕਾਂ ਆਪਣੀ ਪੜ੍ਹਾਈ ਦਾ ਖਰਚਾ ਇਸੇ ਕੰਮ ਤੋਂ ਹੀ ਤੋਰਿਆ। BA ਤੋਂ ਲੱਗ ਕੇ ਜਦੋਂ ਹੀ ਮਤਲਬ ਕਿ ਮੇਰੀ ਪੜ੍ਹਨ ਦੀ ਅੱਗੇ ਇੱਛਾ ਸੀ, BA ਤੋਂ ਬਾਅਦ ਹੁਣ ਘਰ ਦੇ ਕਈ ਵਾਰ ਹੁੰਦਾ ਹਾਲਾਤ ਐਵੇਂ ਦੇ ਨਹੀਂ ਹੁੰਦੇ ਹੈ ਨਾ, ਅਤੇ ਨਾ ਹੀ ਬਲਕਿ ਆਪਾਂ ਨੂੰ ਪਤਾ ਹੀ ਆ ਪਿੰਡਾਂ 'ਚ ਤਾਂ ਕੁੜੀਆਂ ਲਈ ਬਾਹਰ ਨਿਕਲਣਾ ਬਹੁਤ ਔਖਾ ਹੈ। ਪਹਿਲਾਂ ਉਹਨਾਂ ਲਈ ਤਾਂ ਇਹ ਡਿਸੀਜ਼ਨ ਲੈਣਾ ਹੀ ਔਖਾ ਹੋ ਜਾਂਦਾ ਵੀ ਅੱਗੇ ਪੜ੍ਹਨਾ ਕਿਵੇਂ ਪੜ੍ਹਨਾ।
ਹੈ ਨਾ। ਤਾਂ ਉਦੋਂ ਤੋਂ ਹੀ ਮੈਂ ਸੋਚ ਲਿਆ ਸੀ ਵੀ ਜੇ ਮੈਂ ਪੜ੍ਹਨਾ ਹੈ ਤਾਂ ਮੈਨੂੰ ਆਪ ਕੰਮ ਕਰਨਾ ਪਏਗਾ। ਤਾਂ ਉਸ ਤੋਂ ਪਹਿਲਾਂ ਆਪਾਂ ਸਟਾਰਟਿੰਗ ਤੋਂ ਆਪਾਂ ਕੀਤਾ ਸੀਗਾ ਸੂਟਾਂ ਦਾ। ਸੂਟ ਹਰ ਤਰ੍ਹਾਂ ਦੀ ਕਢਾਈ ਮੈਂ ਕਰ ਲੈਂਦੀ ਹਾਂ, ਕਿਉਂਕਿ ਇੱਕ ਹੁੰਦਾ ਸੀ ਟਾਈਮ ਹੁੰਦਾ ਸੀ ਅਤੇ ਪਤਾ ਹੁੰਦਾ ਸੀ ਆਪਣਾ ਖਰਚਾ ਕੱਢਣਾ, ਫੀਸ ਭਰਨੀ ਆ। ਤਾਂ ਮੇਰਾ ਸ਼ੁਰੂ ਤੋਂ ਰਿਹਾ ਸੂਟਾਂ ਦਾ ਇਹ ਹੁੰਦਾ ਸੀ ਵੀ ਕਸਟਮਰ ਕੋਈ ਵੀ ਆ ਕੇ ਸੂਟ ਦਿਖਾ ਜਾਂਦਾ ਹੁੰਦਾ ਸੀ, ਮੇਰੇ 'ਚ ਇੰਨਾ ਕੁ ਹੁੰਦਾ ਸੀ ਵੀ ਮੈਂ ਕਰ ਦੂੰਗੀ। ਜੇ ਨਹੀਂ ਵੀ ਹੋਊਗਾ ਕਮ ਸੇ ਕਮ ਸਿੱਖ ਤਾਂ ਲਊਂਗੀ ਉਹ ਚੀਜ਼ ਨੂੰ, ਕੋਸ਼ਿਸ਼ ਤਾਂ ਕਰੂੰਗੀ। ਤਾਂ ਸਭ ਤੋਂ ਪਹਿਲਾਂ ਮੈंने ਸੂਟਾਂ ਦਾ ਵਧੀਆ ਕੀਤਾ ਹੈ। ਪਰ ਜਦੋਂ ਹੀ ਮੇਰਾ ਮਤਲਬ ਕਿ ਉੱਥੋਂ ਪਿੰਡ ਤੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਰਿਹਾ ਹੈ ਨਾ, ਇੱਥੇ ਆ ਕੇ ਮਾਹੌਲ ਬਹੁਤ ਚੇਂਜ ਦੇਖਿਆ। ਅਤੇ ਪੰਜਾਬੀ ਯੂਨੀਵਰਸਿਟੀ ਮੈਂ ਪਹਿਲੀ ਵਾਰ ਆਈ ਸੀ ਇੱਥੇ, ਮੈਨੂੰ ਸਾਲ ਕੁ ਹੋਇਆ ਇੱਥੇ ਆਈ ਨੂੰ ਹੈ ਨਾ। ਅਤੇ ਇੱਥੇ ਆ ਕੇ ਦੇਖਿਆ ਵੀ ਕੁਛ ਵੀ ਸਿਰਫ ਸੂਟ ਕਰੀ ਜਾ ਰਹੀਆਂ ਹੈ ਨਾ, ਉਹਦੇ ਨਾਲ ਮੇਰਾ ਖਰਚਾ ਨਿਕਲ ਰਿਹਾ ਪਰ ਮਿਲ ਤਾਂ ਕੁਛ ਵੀ ਨਹੀਂ ਰਿਹਾ ਨਾ, ਹੈ ਨਾ। ਉਹ ਸਿਰਫ ਇੱਕ ਤਾਂ ਵੀ ਕਿਉਂ ਨਾ ਵੀ ਆਪਾਂ ਇਹੋ ਜਿਹਾ ਕੀ ਕਰ ਸਕਦੇ ਹਾਂ, ਆਪਾਂ ਕਹਿ ਦਿੰਦੇ ਹਾਂ ਹੈ ਨਾ ਵੀ ਪੰਜਾਬੀ ਬਚਾਓ ਪੰਜਾਬੀ ਬਚਾਓ। ਫਿਰ ਮੈਂ ਸੋਚਿਆ ਵੀ ਕਹਿਣ ਦੀ ਬਜਾਏ ਤੁਸੀਂ ਖੁਦ ਦੇਖੋ ਤੁਸੀਂ ਆਪ ਕੀ ਕਰਨਾ। ਮੈਨੂੰ ਲੱਗਿਆ ਸੀ ਵੀ ਜੇ ਹਰ ਕੋਈ ਇਹ ਚੀਜ਼ ਖੁਦ ਹੀ ਸੋਚ ਲੇ ਤਾਂ ਉਹਨਾਂ ਨੂੰ ਨਾਅਰੇ ਲਾਉਣ ਦੀ ਲੋੜ ਨਾ ਪਵੇ, ਹੈ ਨਾ। ਅਤੇ ਤਾਂ ਕਰਕੇ ਸੋਚਿਆ ਵੀ ਅਸੀਂ ਖੁਦ ਕੁਛ ਕਰੀਏ ਪੰਜਾਬੀ ਲਈ, ਕਿਸੇ ਨੂੰ ਨਾ ਕਹੀਏ ਅਤੇ ਨਾ ਹੀ ਲਾਹਨਤਾਂ ਪਾਈਏ ਵੀ ਤੁਸੀਂ ਐਂ ਕਰ ਰਹੇ ਹੋ ਇਹ ਕਰ ਰਹੇ ਹੋ। ਮੈਨੂੰ ਜਦੋਂ ਤੁਸੀਂ ਆਪ ਕੁਛ ਕਰੋਗੇ ਤਾਂ ਤੁਹਾਨੂੰ ਹੋਏਗਾ ਵੀ ਆਪਾਂ ਕਮ ਸੇ ਕਮ ਦੋਸ਼ ਨਹੀਂ ਦੇ ਰਹੇ ਤਾਂ ਆਪ ਕੁਛ ਕਰ ਰਹੇ ਹਾਂ, ਅਤੇ ਤਾਂ ਕਰਕੇ। ਸੋ ਸੂਟਾਂ ਦੇ ਉੱਤੇ ਜਿਹੜੇ ਤੁਸੀਂ ਕਢਾਈ ਕਰਦੇ ਸੀ ਔਰ ਫਿਰ ਜਦੋਂ ਪੰਜਾਬੀ ਯੂਨੀਵਰਸਿਟੀ ਆਏ ਇੱਥੇ ਆ ਕੇ ਇੱਕ ਬਦਲਾਵ ਆਇਆ ਕਿ ਵੀ ਪੰਜਾਬੀ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਅੱਖਰਾਂ ਦੀ ਕਢਾਈ ਜਿਹੜੀ ਸ਼ੁਰੂ ਕੀਤੀ। ਅੱਛਾ, ਕਢਾਈ ਦਾ ਸ਼ੌਂਕ ਕਿਵੇਂ ਪਿਆ? ਲਾਈਕ ਇੱਕ ਹੁੰਦਾ ਨਾ ਜਿੱਦਾਂ ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਪੰਜਾਬੀ ਮਾਵਾਂ ਉਹ ਕਹਿਣ ਲੱਗ ਜਾਂਦੀਆਂ ਕਿ ਸਿਲਾਈ ਕਢਾਈ ਸਿੱਖ ਲਓ ਹੈ ਨਾ, ਇਹੀ ਕੰਮ ਆਉਣੀ। ਤੁਸੀਂ ਤਾਂ BEd ਮਾਸਟਰਸ ਕੀਤੀ ਹੋਈ ਹੈ, ਤੁਹਾਡਾ ਕਢਾਈ ਵੱਲ ਆਉਣ ਦਾ ਕੀ ਸਬਬ ਸੀਗਾ? ਮੇਨ ਇਹੀ ਸੀ ਆਪਣਾ ਵੀ ਕੁਛ ਕਰਨਾ ਸੀ ਹੱਥੀਂ ਹੈ ਨਾ। ਮੇਨ ਸਭ ਤੋਂ ਪਹਿਲੀ ਆਪਸ਼ਨ ਹੁੰਦੀ ਸੀ ਘਰਾਂ 'ਚ। ਘਰੇ ਮੰਮੀ ਜਦੋਂ ਆਪਾਂ ਦੇਖਿਆ ਚਾਦਰਾਂ ਕੱਢਦੇ ਆ ਹੈ ਨਾ, ਮੈਂ ਹੈਰਾਨ ਹੁੰਦੀ ਸੀ ਉਹਨਾਂ ਨੂੰ ਦੇਖ ਕੇ ਵੀ ਇੰਨੀ ਉਮਰ ਹੋ ਕੇ ਵੀ ਫਿਰ ਵੀ ਉਹ ਅੰਦਾਜ਼ੇ ਨਾਲ ਹੀ ਤੋਪੇ ਪਾਈ ਜਾਂਦੇ ਸੀ। ਚਾਦਰਾਂ ਕੱਢਦੇ ਉਹਨਾਂ ਨੇ ਸਿਰਹਾਣੇ ਕੱਢੇ ਹੁੰਦੇ ਸੀ ਹੈ ਨਾ। ਅਤੇ ਇੱਕ ਵਾਰੀ ਮੇਰੇ ਯਾਦ ਆ ਕੁਛ ਮਤਲਬ ਕਿ ਸੂਟ 'ਚ ਮੰਮੀ ਦੇ ਟੋਕ ਲੱਗ ਗਈ ਸ਼ਾਇਦ ਹੈ ਨਾ, ਜਿੱਥੋਂ ਮੈਂ ਕਹਿ ਸਕਦੀ ਹਾਂ ਮੈਨੂੰ ਕਢਾਈ ਦਾ ਪਤਾ ਲੱਗਿਆ ਵੀ ਕਿੰਨੀ ਘੈਂਟ ਚੀਜ਼ ਹੈ ਇਹ ਕਹਿ ਸਕਦੇ ਨਾ। ਅਤੇ ਉਹ ਮੰਮੀ ਗਏ ਹੈ ਨਾ, ਅਸੀਂ ਮਤਲਬ ਕਿ ਲੌਂਗੋਵਾਲ ਤੋਂ ਕਰਵਾਈ, ਉਹਨਾਂ ਨੇ ਬਿਲਕੁਲ ਹੂਬਹੂ ਉਹ ਚੀਜ਼ ਨੂੰ ਕਵਰ ਕਰਤਾ। ਮਤਲਬ ਕਿ ਮੈਨੂੰ ਉਹ ਅੱਜ ਵੀ ਯਾਦ ਆ, ਮਤਲਬ ਕਿ ਇੰਨਾ ਇੰਪਰੈਸ ਹੋਈ ਸੀ ਮੈਂ ਉਹ ਚੀਜ਼ ਤੋਂ ਹੈ ਨਾ ਵੀ ਯਾਰ ਵੀ ਕਿੰਨੀ ਘੈਂਟ ਕਲਾ ਹੈ ਨਾ, ਵੀ ਕੋਈ ਚੀਜ਼ 'ਚ ਨੁਕਸ ਹੈਗਾ ਤੁਸੀਂ ਕਿੰਨਾ ਪ੍ਰੋਪਰ ਕਰਤਾ ਉਹਨੂੰ। ਉਦੋਂ ਤੋਂ ਮੈंने ਸੋਚ ਲਿਆ ਵੀ ਮੈਂ ਇਹ ਕੰਮ ਸਿੱਖਣਾ ਹੈ। ਅਤੇ ਫਿਰ ਉਹਦੇ 'ਚੋਂ ਸੂਈ ਧਾਗੇ, ਸਭ ਤੋਂ ਪਹਿਲਾਂ ਮੈंने ਸੂਈ ਧਾਗੇ ਵਾਲਾ ਕੰਮ ਸਿੱਖਿਆ। ਫਿਰ ਇੱਕ ਆਰੀ ਵਰਕ ਹੁੰਦਾ ਆਪਣਾ ਹੈ ਨਾ ਸਟਾਰਟਿੰਗ ਉਹਦੇ, ਕਿਉਂਕਿ ਉਹ ਇਹ ਹੁੰਦਾ ਵੀ ਜਿੰਨਾ ਕੁ ਤੁਹਾਡੇ ਕੋਲ ਹੁੰਦਾ ਨਾ ਕਿ ਸੋਰਸ ਕੀ ਆ ਉਸ ਟਾਈਮ ਸਿੱਖਣ ਦਾ। ਪਹਿਲਾਂ ਸੂਈ ਧਾਗਾ ਹੀ ਸੀ ਫਸਟ ਆਪਸ਼ਨ ਮੇਰੇ ਕੋਲ ਹੈ ਨਾ, ਮੈਂ ਬਾਹਰ ਨਹੀਂ ਜਾ ਸਕਦੀ ਸੀ ਛੇਤੀ, ਨਾ ਹੀ ਕੋਈ ਸਿਖਾਉਣ ਵਾਲਾ ਸੀ। ਅਤੇ ਮੈਂ ਸੂਈ ਧਾਗੇ ਦਾ ਸਿੱਖਿਆ। ਉਸ ਤੋਂ ਬਾਅਦ ਮੈਂ ਆਰੀ ਯੂਜ਼ ਕੀਤੀ, ਆਰੀ ਨਾਲ ਮੈਂ ਹੈਂਡ ਵਰਕ ਸ਼ੁਰੂ ਕੀਤਾ ਅਤੇ ਉਹ ਵੀ ਮੈਨੂੰ ਪੂਰਾ ਪਰਫੈਕਟ ਆਉਂਦਾ ਹੈ। ਅਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਇਸ ਤੋਂ ਅੱਗੇ ਕੀ ਸਿੱਖ ਸਕਦੀ ਹਾਂ। ਫਿਰ ਮੈਨੂੰ ਪਤਾ ਲੱਗਾ ਮਸ਼ੀਨੀ ਕਢਾਈ ਤਾਂ ਹੁੰਦੀ ਹੀ ਹੈ, ਜਦੋਂ ਮੈਂ ਤੁਹਾਨੂੰ ਦੱਸਿਆ ਵੀ ਉਹ ਚੀਜ਼ ਮੈਂ ਦੇਖੀ ਨਾ ਹੂਬਹੂ ਉਹ ਚੀਜ਼ ਬਣ ਗਈ। ਅਤੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਘਰੇ ਕਿਹਾ ਵੀ ਮੈਂ ਹੁਣ ਇਹ ਕਢਾਈ ਵੀ ਸਿੱਖਣੀ ਆ। ਤਾਂ ਮੇਰਾ ਪਹਿਲਾ ਸਟੈਪ ਸੀ ਘਰੋਂ ਬਾਹਰ ਨਿਕਲਣ ਦਾ, ਕਿਉਂਕਿ ਜ਼ਿਆਦਾਤਰ ਇਹ ਹੋ ਜਾਂਦਾ ਨਾ ਘਰਾਂ 'ਚ ਵੀ ਯਾਰ ਕੁੜੀ ਦੁਕਾਨ 'ਤੇ ਬੈਠ ਕੇ ਕੰਮ ਸਿੱਖੂਗੀ, ਪਿੰਡਾਂ ਲਈ ਹੋ ਜਾਂਦਾ ਨਾ ਵੀ ਬਾਜ਼ਾਰ 'ਚ ਬੈਠ ਕੇ। ਅਤੇ ਇੱਕ ਦੋ ਇਸ਼ੂ ਹੋਏ ਇਹ ਚੀਜ਼ ਦੇ, ਪਰ ਮੈਂ ਕਿਹਾ ਵੀ ਮੈਂ ਕੰਮ ਸਿੱਖਣਾ ਹੈ ਤਾਂ ਸਿੱਖਣਾ ਹੈ ਨਾ। ਅਤੇ ਫਿਰ ਮੈਂ ਮਤਲਬ ਕਿਵੇਂ ਕਰਦਿਆਂ ਨੇ ਮਨਾ ਕੀਤਾ? ਘਰਦਿਆਂ ਨੇ ਨਹੀਂ ਕੀਤਾ ਸੀ, ਪਰ ਹੁੰਦਾ ਹੈ ਨਾ ਜਿਵੇਂ ਲੋਕ ਕਹਿ ਦਿੰਦੇ ਆ ਵੀ ਕੀ ਉੱਥੇ ਕੀ ਕੰਮ ਕਰਨ ਚੱਲੀ ਆ ਕਢਾਈ ਸਿੱਖੂ, ਅੱਛਾ ਹੁਣ ਬਾਜ਼ਾਰ 'ਚ ਬੈਠ ਕੇ ਕੰਮ ਸਿੱਖੂਗੀ, ਇਹ ਚੀਜ਼ ਦਾ ਹੋ ਜਾਂਦਾ ਨਾ। ਪਰ ਇਹ ਮੇਰੀ ਫੈਮਿਲੀ ਨੇ ਨਹੀਂ ਕਦੀ ਕਿਹਾ ਮੈਂ ਇਹ ਚੀਜ਼ ਕਹਾਂ ਹੈ ਨਾ, ਮੇਰੀ ਫੈਮਿਲੀ ਨੇ ਸਪੋਰਟ ਕੀਤੀ ਆ ਅਤੇ ਉਹਨਾਂ ਨੇ ਰੋਕਿਆ ਟੋਕਿਆ ਮੈਨੂੰ ਕਦੇ ਵੀ ਨਹੀਂ। ਅਤੇ ਉਦੋਂ ਤੋਂ ਫਿਰ ਮੈंने ਉਹ ਕੰਮ ਸ਼ੁਰੂ ਕੀਤਾ। ਤੁਸੀਂ ਲਾ ਲਓ ਮਹੀਨਾ 2 ਮਹੀਨੇ ਮੇਰੇ ਲੱਗ ਗਏ ਸੀ ਹੈ ਨਾ। ਅਤੇ ਉਸ ਟਾਈਮ ਮੈਂ ਟੀਚ ਵੀ ਕਰਦੀ ਸੀ, ਕਿਉਂਕਿ ਮੇਰੀ BA ਸੀ ਜਿਹੜੀ ਉਹ ਪ੍ਰਾਈਵੇਟ ਸੀ। ਅਤੇ ਆਪਣੇ ਪਿੰਡ 'ਚ ਹੀ ਇੱਕ ਸਕੂਲ ਹੁੰਦਾ ਸੀ, ਉੱਥੇ ਮੈਂ 5ਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੀ ਸੀ ਉਸ ਟਾਈਮ। ਅਤੇ ਫਿਰ ਜੂਨ ਦੀਆਂ ਛੁੱਟੀਆਂ ਸੀ, ਮੈਂ ਉੱਥੇ ਕੰਮ ਸਿੱਖਿਆ। ਉਸ ਤੋਂ ਬਾਅਦ ਮੈਂ ਹੋਰ ਛੁੱਟੀਆਂ ਲਈਆਂ, ਫਿਰ ਉਹ ਮੈਨੂੰ ਉਹਨਾਂ ਨੇ ਵਾਰਨਿੰਗ ਦਿੱਤੀ ਵੀ ਇੰਨੀਆਂ ਛੁੱਟੀਆਂ ਨਹੀਂ ਤੁਸੀਂ ਲੈ ਸਕਦੇ। ਪਰ ਮੇਰਾ ਜਿਹੜਾ ਮੈਂ ਫਿਰ ਸੋਚਿਆ ਵੀ ਮੇਰੀ ਮੇਨ ਰੁਚੀ ਕਿਹੜੀ ਚੀਜ਼ 'ਚ ਆ, ਫਿਰ ਉਸ 'ਚ ਮੇਰੀ ਕਢਾਈ 'ਚ ਹੀ ਆ ਨਾ, ਫਿਰ ਮੈਂ ਉਹਦੀ ਫਿਕਰ ਕਿਉਂ ਕਰਾਂ ਉਹ ਜੋਬ ਦੀ ਹੈ ਨਾ। ਤਾਂ ਕਰਕੇ ਫਿਰ ਮੈਂ ਜੋਬ ਛੱਡੀ ਸੀ ਅਤੇ ਮੈਂ ਆਪਣਾ ਇਹੀ ਕੰਮ ਹੀ ਅੱਗੇ ਕੰਟੀਨਿਊ ਕੀਤਾ ਸੀ। ਅੱਛਾ, ਕਿੰਨੀ ਕੁ ਤੁਹਾਡੀ ਉਮਰ ਸੀਗੀ ਜਦੋਂ ਤੁਸੀਂ ਕਢਾਈ ਦੇ ਜ਼ਰੀਏ ਕਹਿ ਲਓ ਇੱਕ ਆਪਣੀ ਇਨਕਮ ਜਿਹੜੀ ਤੁਹਾਨੂੰ ਹੋਣ ਲੱਗ ਗਈ ਸੀ? ਇਨਕਮ ਇਹ ਹੁੰਦਾ ਸੀ ਮੇਰੀ BA ਫਸਟ ਈਅਰ ਸੀ ਜਦੋਂ ਮੈंने ਕੰਮ ਸਿੱਖਣਾ ਸ਼ੁਰੂ ਕੀਤਾ। BA ਫਾਈਨਲ 'ਚ ਜਾ ਕੇ ਮੈਂ ਇੰਨੀ ਕੁ ਪਰਫੈਕਟ ਹੋ ਗਈ ਸੀ ਵੀ ਮੈਂ MA 'ਚ ਆਪਣੀ ਐਡਮਿਸ਼ਨ ਲੈ ਸਕਾਂ। ਤਾਂ ਉਹਦੇ ਲਈ ਮੈਂ ਇੰਨੀ ਕੁ ਸੇਵਿੰਗ ਕਰ ਲਈ ਸੀ, ਕਹਿਣ ਦਾ ਮਤਲਬ ਹੈ ਨਾ। ਸੇਵਿੰਗ ਇੰਨੀ ਕੁ ਹੁੰਦੀ ਆ ਹੁਣ ਤੱਕ ਵੀ ਮੈਂ ਕੰਮ ਕਰ ਰਹੀ ਹਾਂ, ਮੇਰੀ ਸੇਵਿੰਗ ਇੰਨੀ ਕੁ ਆ ਵੀ ਮੈਂ ਆਪਣੀਆਂ ਫੀਸਾਂ ਭਰ ਰਹੀ ਹਾਂ ਆਪਣੇ ਆਪ, ਅਤੇ PG ਦਾ ਖਰਚਾ ਖਾਣ ਪੀਣ ਦਾ ਖਰਚਾ ਮੈਂ ਖੁਦ ਕੱਢ ਰਹੀ ਹਾਂ। ਇਹੀ ਮੇਰੀ ਸੇਵਿੰਗ ਆ ਮੇਨ ਤਾਂ।
ਅੱਛਾ, ਜਦੋਂ ਇਸ ਪਾਸੇ ਆਏ ਤੁਸੀਂ ਜਿਵੇਂ ਕਿਹਾ ਕਿ ਪੰਜਾਬੀ ਬੋਲੀ ਦੇ ਝੰਡੇ ਬਹੁਤ ਬੁਲੰਦ ਕੀਤੇ ਜਾਂਦੇ ਹਨਾ, ਤੁਸੀਂ ਵੀ ਸੂਟਾਂ ਦੀ ਕਢਾਈ ਤੋਂ ਇਸ ਪਾਸੇ ਆਏ ਵੀ ਚੱਲ ਆਪਣੇ ਪੱਧਰ ਤੇ ਕੁਝ ਕਰਦੇ ਆ, ਤਾਂ ਇਹਦੇ ਨਾਲ ਕਿੰਨਾ ਕੁ ਜਿਹੜਾ ਹੈਗਾ ਤੁਹਾਡੀ ਇਨਕਮ ਦੇ ਉੱਤੇ ਮੈਂ ਕਹਾਂ ਜਾਂ ਤੁਹਾਡੀ ਗਰੋਥ ਦੇ ਨਾਲ ਉੱਤੇ ਜਿਹੜਾ ਫਰਕ ਪਿਆ ਆ ਇਸ ਪਾਸੇ ਆਉਣ ਨਾਲ? ਇੱਥੇ ਮੈਨੂੰ ਮੈਨੂੰ ਆਪਣੇ ਆਪ 'ਚ ਚੇਂਜ ਜੋ ਲੱਗਿਆ ਹੈ ਨਾ, ਉਹੀ ਪੁੱਛਣਾ ਚਾਹ ਰਹੇ ਸੀ। ਉਹ 'ਚ ਇਹ ਸੀਗਾ ਵੀ ਇੱਕ ਆਪਣੇ ਆਪ ਨੂੰ ਹੌਸਲਾ ਮਿਲਿਆ। ਪਹਿਲੀ ਗੱਲ ਸੀਗਾ, ਮੈਨੂੰ ਇੰਨਾ ਕੌਨਫੀਡੈਂਸ ਨਹੀਂ ਸੀ ਵੀ ਬੇਗਾਨੇ ਸ਼ਹਿਰ 'ਚ ਆ ਕੇ ਤੁਸੀਂ ਕੋਈ ਕੰਮ ਸ਼ੁਰੂ ਕਰੋ ਅਤੇ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਕੀ ਰਿਸਪੌਂਸ ਮਿਲੂਗਾ, ਚੱਲੂ ਨਹੀਂ ਚੱਲੂ ਹੈ ਨਾ। ਜਦੋਂ ਕਿ ਮੈਨੂੰ ਤਾਂ ਇੱਥੇ ਕੋਈ ਸਾਲ 2 ਸਾਲ ਵੀ ਨਹੀਂ ਹੋਏ ਸੀ, ਮੈਨੂੰ ਉਦੋਂ ਸਾਲ ਕੁ ਹੋਇਆ ਸੀ ਇੱਥੇ। ਅਤੇ ਜਦੋਂ ਹੀ ਮੈਨੇ ਇਹ ਕੰਮ ਕੀਤਾ ਰਿਸਪੌਂਸ ਸੋਹਣਾ ਮਿਲਿਆ, ਤਾਂ ਕਰਕੇ ਹੁਣ ਮੇਰੇ 'ਚ ਇੰਨਾ ਕੁ ਕੌਨਫੀਡੈਂਸ ਹੈ ਵੀ ਕੱਲ੍ਹ ਨੂੰ ਅਗਰ ਮੈਂ ਕਿਸੇ ਨੂੰ ਕੰਮ ਸਿਖਾਉਂਦੀ ਵੀ ਹਾਂ, ਕੁੜੀਆਂ ਮੇਰੇ ਕੋਲ ਆਉਂਦੀਆਂ ਵੀ ਨੇ ਹੈ ਨਾ, ਮੈਂ ਉਹਨਾਂ ਨੂੰ ਕੰਮ ਸਿਖਾਉਂਦੀ ਹਾਂ ਤਾਂ ਵੀ ਉਹ ਕਾਮਯਾਬ ਹੋਣਗੀਆਂ। ਮੈਨੂੰ ਮੇਰੇ 'ਚ ਇੰਨੀ ਕੁ ਪੋਜ਼ੀਟਿਵਿਟੀ ਹੈ, ਜੇ ਵੀ ਮੈਂ ਕੁਛ ਕਰ ਸਕਦਾ ਤਾਂ ਉਹ ਵੀ ਕੁਛ ਕਰ ਸਕਦੀਆਂ ਨੇ ਅੱਗੇ ਜਾ ਕੇ। ਤਾਂ ਹੁਣ ਮੈਂ ਕੱਲ੍ਹ ਨੂੰ ਕੋਈ ਵੀ ਕੰਮ ਅੱਗੇ ਵੀ ਇਹ ਕੰਮ ਨੂੰ ਅੱਗੇ ਲੈ ਕੇ ਜਾ ਰਹੀ ਹਾਂ ਤਾਂ ਮੈਂ ਬੇਝਿਜਕ ਲੈ ਕੇ ਜਾ ਸਕਦੀ ਹਾਂ। ਅੱਛਾ, ਹੋਰ ਕੀ ਜਿਹੜਾ ਹੈਗਾ ਤੁਸੀਂ ਜਿਵੇਂ ਬਸਤਿਆਂ ਦੀ ਗੱਲ ਕੀਤੀ ਹੈ, ਝੋਲੇ ਖੱਦਰ ਦੇ ਉਹ ਬਣਾਉਂਦੇ ਆ ਹੈ ਨਾ, ਦੁਪੱਟਿਆਂ ਦੇ ਉੱਤੇ ਹੋਰ ਕੀ ਹੈ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਅੱਖਰ ਆ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ? ਹੋਰ ਇਹ ਸੀਗਾ ਜਿੱਦਾਂ ਸਟਾਰਟਿੰਗ ਤਾਂ ਮੇਰੀ ਝੋਲੇ ਤੋਂ ਹੀ ਹੋਈ ਸੀ ਹੈ ਨਾ। ਇੱਕ ਸਿੰਪਲ ਝੋਲਾ ਬਣਾਇਆ ਸੀ ਆਪਾਂ ਸਬਜ਼ੀ ਵਾਲਾ। ਉਹ ਝੋਲਾ ਕਿਉਂ ਬਣਾਇਆ ਸੀ, ਉਹਦਾ ਕੀ ਆਈਡੀਆ ਆਇਆ ਸੀ? ਉਹਦਾ ਮੇਨ ਇਹੀ ਸੀ ਵੀ ਪੰਜਾਬੀ ਯੂਨੀਵਰਸਿਟੀ ਰਹਿ ਕੇ ਮੈਂ ਕੁਛ ਕੁ ਚੀਜ਼ਾਂ ਦੇਖੀਆਂ ਸੀ ਵੀ ਆਪਾਂ ਆਪ ਕੀ ਕਰ ਸਕਦੇ ਹਾਂ। ਹੁਣ ਕਢਾਈ ਦਾ ਕੰਮ ਮੇਰਾ ਹੈਗਾ ਸੀ ਅਤੇ ਕਿਸੇ ਦੋਸਤ ਨੇ ਕੋਈ ਨਾ ਫੋਟੋ ਪਾਈ ਹੋਈ ਸੀ, ਉਹਦੇ 'ਤੇ ਊੜਾੜਾ ਲਿਖਿਆ ਹੋਇਆ ਸੀ ਅਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤੋਂ ਬੈਟਰ ਮਤਲਬ ਕਿ ਮੈਂ ਤੁਹਾਨੂੰ ਕਰਕੇ ਦੇ ਸਕਦੀ ਹਾਂ। ਮੈਂ ਉਹਨਾਂ ਨੂੰ ਖੁਦ ਕਿਹਾ, ਮੇਰੇ 'ਚ ਆਪਣੇ ਨੀਚੇ ਨਹੀਂ ਸੀ ਉਹ ਨਾ। ਅਤੇ ਉਹ ਕਹਿੰਦੇ ਵੀ ਕਿਵੇਂ? ਮੈਂ ਉਹਨਾਂ ਨੂੰ ਇੱਕ ਬੈਗ ਬਣਾ ਕੇ ਦੇਤਾ। ਉਹ ਆਪਣੇ ਚੰਡੀਗੜ੍ਹ ਤੋਂ ਸੀ ਦੋਸਤ, ਆਪਣੇ ਨੋਨ 'ਚ ਸੀਗੇ ਅਤੇ ਉਹ ਮੈਨੇ ਉਹਨਾਂ ਨੂੰ ਪਸੰਦ ਆ, ਉਹਨਾਂ ਨੂੰ ਬਹੁਤ ਪਸੰਦ ਆਇਆ ਉਹ ਝੋਲਾ। ਅਤੇ ਉਹ ਕਹਿੰਦੇ ਵੀ ਇਸ ਤੋਂ ਵਧੀਆ। ਮੈਂ ਕਿਹਾ ਵੀ ਹਾਂ ਆਪਾਂ ਕੱਪੜਾ ਚੇਂਜ ਕਰ ਸਕਦੇ ਹਾਂ। ਮੈਂ ਪੂਰਾ ਆਪਣਾ ਆਈਡੀਆ ਦਿੱਤਾ ਉਹਨਾਂ ਨੂੰ ਹੈ ਨਾ। ਅਤੇ ਉਸ ਤੋਂ ਬਾਅਦ ਮੈਨੇ ਘਰੇ ਇੱਕ ਬੈਗ ਬਣਾ ਤਾ, ਝੋਲਾ ਡੈਡੀ ਦਾ ਬਣਾਇਆ ਸੀ ਜੋ ਮੈਨੇ, ਅਤੇ ਉਹਦੇ 'ਤੇ ਮੈਨੇ ਪੂਰੀ ਰੀਝ ਲਾ ਕੇ ਕੀਤਾ ਸੀ ਕੰਮ ਹੈ ਨਾ। ਅਤੇ ਫਿਰ ਮੈਂ ਉਹਨਾਂ ਨੂੰ ਉਹ ਫੋਟੋ ਸੈਂਡ ਕਰਤੀ ਵੀ ਮੈਂ ਆਪਣੇ ਵਾਸਤੇ ਬਣਾਇਆ ਅਤੇ ਉਹਨਾਂ ਨੂੰ ਆਪਣਾ ਕੰਮ ਬਹੁਤ ਪਸੰਦ ਆਇਆ। ਅਤੇ ਉਹਨਾਂ ਨੇ ਆਪਾਂ ਨੂੰ ਤੁਸੀਂ ਲਾ ਲਓ ਹਿਸਾਬ 150 ਝੋਲੇ ਦਾ ਆਪਾਂ ਨੂੰ ਔਡਰ ਦਿੱਤਾ ਸੀ ਔਨਲਾਈਨ ਹੀ। ਉਹਨਾਂ ਨੇ ਬੈਗ ਖੁਦ ਨਹੀਂ ਦੇਖਿਆ ਸੀ, ਸਿਰਫ ਫੋਟੋ ਦੇਖੀ ਸੀ, ਪਰ ਉਹਨਾਂ ਨੂੰ ਉਹ ਚੀਜ਼ ਵਧੀਆ ਲੱਗੀ ਸੀ। ਅਤੇ ਉਹ ਫਿਰ ਮੈਨੇ ਕੰਮ ਘਰੇ ਕੀਤਾ ਸੀਗਾ ਸਾਰਾ। ਮੈਂ ਇੱਥੋਂ ਛੁੱਟੀਆਂ ਲੈ ਲਈਆਂ ਸੀ ਹੈ ਨਾ। ਉਦੋਂ ਮੇਰਾ ਪੇਪਰ ਹੋਣ ਵਾਲਾ ਸੀ, 1.5 ਕੁ ਮਹੀਨਾ ਸੀ ਮੇਰੇ ਪੇਪਰ 'ਚ ਜੋ ਮੈਂ ਨੈੱਟ ਦਾ ਉਦੋਂ ਦੇਣਾ ਸੀ। ਤਾਂ ਪਰ ਫਿਰ ਵੀ ਮੈਨੂੰ ਇਹ ਸੀਗਾ ਵੀ ਨਹੀਂ ਹੋ ਜੂਗਾ ਕੰਮ, ਕਿਉਂਕਿ ਜਦੋਂ ਤੁਸੀਂ ਟਾਈਮ ਨੂੰ ਇਹ ਕਰਕੇ ਚੱਲਦੇ ਹੋ ਹੈ ਨਾ ਵੀ ਇੰਨਾ ਕੁ ਟਾਈਮ ਮੈਨੂੰ ਇਹਦੇ ਵਾਸਤੇ, ਇੰਨਾ ਕੁ ਇਹਦੇ ਵਾਸਤੇ ਆ ਤਾਂ ਠੀਕ ਰਹਿੰਦਾ। ਉਹ ਮੈਨੂੰ ਪਤਾ ਹੁੰਦਾ ਸੀ ਇੰਨਾ ਕੁ ਕੰਮ ਕਰੂੰਗੀ ਅਤੇ ਜਿਹੜਾ ਬਾਕੀ ਟਾਈਮ ਬਚਦਾ ਸੀ ਮੈਨੂੰ ਪਤਾ ਸੀ ਉਹ ਪੜ੍ਹੂੰਗੀ ਹੀ ਮੈਂ, ਹੋਰ ਤਾਂ ਕੁਛ ਕਰਨਾ ਨਹੀਂ ਕਿਉਂਕਿ ਮੇਰੇ ਕੋਲ ਲਿਮਿਟਡ ਟਾਈਮ ਆ। ਅਤੇ ਉਹ ਆਪਾਂ ਉਹਨਾਂ ਨੂੰ ਕਰਕੇ ਦਿੱਤਾ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਉਹ। ਅਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਕਿਉਂ ਨਾ ਮੈਂ ਆਪਣਾ ਕੰਮ ਹੀ ਕਿਉਂ ਨਾ ਸ਼ੁਰੂ ਕਰ ਲਾਂ, ਵੀ ਐਵੇਂ ਦੇਣ ਦੀ ਬਜਾਏ ਵੀ ਮੈਂ ਆਪਣਾ ਖੁਦ ਦਾ ਕੰਮ ਕਰ ਸਕਦੀ ਹਾਂ। ਅਤੇ ਫਿਰ ਉਸ ਤੋਂ ਬਾਅਦ ਆਪਾਂ ਪਟਿਆਲੇ 'ਚ ਰਿਸਕ ਲੈ ਚੁੱਕੇ ਸੀ ਅਤੇ ਪੇਪਰ ਤੋਂ ਬਾਅਦ ਹੀ ਆਪਾਂ ਨੇ ਫਿਰ ਇੱਥੇ ਕੰਮ ਸ਼ੁਰੂ ਕਰਤਾ ਸੀ। ਸੋ ਹੁਣ ਕਿਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਵੇਂ ਖੱਦਰ ਦੇ ਬੈਗ ਤੁਸੀਂ ਬਣਾਉਂਦੇ ਆ, ਅਤੇ ਕਿਵੇਂ ਹੁਣ ਇਹ ਕਿੱਦਾਂ ਸੇਲ ਹੁੰਦਾ? ਔਨਲਾਈਨ ਪਰਚੇਜ਼ਿੰਗ ਜ਼ਿਆਦਾ ਹੁੰਦੀ ਹੈ ਜਾਂ ਜਿਵੇਂ ਤੁਸੀਂ ਦੁਕਾਨ ਵੀ ਲਈ ਹੋਈ ਹੈ ਉੱਥੇ ਆਉਂਦੇ ਆ ਜਾਂ ਐਗਜ਼ੀਬਿਸ਼ਨਸ 'ਚ ਜਾਂਦੇ ਹੋ? ਕਿਵੇਂ ਤੁਸੀਂ ਹੁਣ ਆਪਣਾ ਜਿਹੜਾ ਕੰਮ ਆ ਅੱਗੇ ਵਧਾ ਰਹੇ ਹੋ? ਜਦੋਂ ਸ਼ੁਰੂ 'ਚ ਸੀ ਆਪਾਂ ਸਟਾਲ ਲਗਾਈ ਸੀ ਮੇਨ, ਜਦੋਂ ਆਪਾਂ ਕੰਮ ਸ਼ੁਰੂ ਕਰਨਾ ਸੀ ਨਾ 1 ਮਈ 'ਤੇ ਲੁਧਿਆਣੇ। ਅਤੇ ਉਦੋਂ ਇਹ ਸੀਗਾ ਵੀ ਇੱਕ ਇੰਟਰਵਿਊ ਹੋਈ ਸੀ ਅਤੇ ਉਹਦੇ ਨਾਲ ਆਪਣਾ ਕੰਮ ਔਨਲਾਈਨ ਗਿਆ ਸੀ ਸਾਰਿਆਂ ਤੱਕ। ਉਸ ਤੋਂ ਬਾਅਦ ਹੈ ਨਾ ਕੋਈ ਕਿਤੇ ਹੁੰਦਾ, ਕੋਈ ਕਿਤੇ ਹੁੰਦਾ, ਕੋਈ ਨਹੀਂ ਆ ਸਕਦਾ ਹੁੰਦਾ ਦੁਕਾਨ 'ਤੇ ਹੈ ਨਾ। ਮੇਨ ਦੇਖਿਆ, ਉਹਨਾਂ ਨੂੰ ਪਸੰਦ ਆਇਆ ਅਤੇ ਉਹ ਆਪਣੇ ਨਾਲ ਕੰਟੈਕਟ ਕਰਦੇ ਆ। ਹੁਣ ਵੀ ਆਪਣਾ ਇਹੀ ਹੁੰਦਾ, ਮੇਨ ਆਪਣੇ ਔਨਲਾਈਨ ਹੀ ਹੁੰਦਾ ਕੰਟੈਕਟ। ਇੰਸਟਾ ਉੱਪਰ ਹੁੰਦੇ ਆਪਣੇ ਹੈ ਨਾ ਵੀ ਸਾਨੂੰ ਬਸ ਆਪਾਂ ਨੇ ਐਡਰੈਸ ਲਿਆ, ਉਹਨਾਂ ਦਾ ਪੇਮੈਂਟ ਹੋ ਗਈ ਅਤੇ ਆਪਾਂ ਉਹਨਾਂ ਨੂੰ ਕੋਰੀਅਰ ਕਰਦੇ ਹਾਂ ਪੋਸਟ। ਮੇਨ ਜਿਹੜੇ ਦੋਸਤ ਹੁੰਦੇ ਨੇ ਜਿਹੜੇ ਮਿਲਣ ਆਉਣ ਦੇ ਚਾਹਵਾਨ ਹੁੰਦੇ ਨੇ, ਉਹ ਕਹਿੰਦੇ ਨੇ ਵੀ ਨਹੀਂ ਪੋਸਟ ਨਹੀਂ ਕਰਨਾ, ਅਸੀਂ ਤੁਹਾਨੂੰ ਮਿਲ ਕੇ ਵੀ ਜਾਣਾ। ਸਾਡਾ ਮਕਸਦ ਸਿਰਫ ਬੈਗ ਲੈਣਾ ਨਹੀਂ ਹੈ, ਅਸੀਂ ਤੁਹਾਨੂੰ ਮਿਲ ਕੇ ਵੀ ਜਾਣਾ। ਅਤੇ ਉਹ ਫਿਰ ਆਪਣੀ ਸ਼ੌਪ 'ਤੇ ਵੀ ਆਉਂਦੇ ਆ ਅਤੇ ਮਿਲ ਕੇ ਵੀ ਜਾਂਦੇ ਆ, ਗੱਲਾਂ ਬਾਤਾਂ ਵੀ ਕਰਕੇ ਜਾਂਦੇ ਆ ਅਤੇ ਐਵੇਂ ਚੱਲ ਰਿਹਾ ਮੈਨੂੰ। ਤਾਂ ਮਤਲਬ ਜਿਹੜੇ ਹੱਲਾਸ਼ੇਰੀ ਜਿਹੜੀ ਹੈਗੀ ਹੈ ਸਮਾਜਿਕ ਪੱਧਰ 'ਤੇ ਸਾਰਿਆਂ ਨੇ ਹੱਲਾਸ਼ੇਰੀ ਹੀ ਦਿੱਤੀ ਜਾਂ ਕਿਸੇ ਨੇ ਇਸ ਚੀਜ਼ 'ਤੇ ਵੀ ਕਿਹਾ ਵੀ ਇਹ ਕੀ ਕੰਮ ਹੈ ਅੱਜ ਦੇ ਦੌਰ 'ਚ ਕਢਾਈ ਹੈ ਨਾ? ਮਤਲਬ ਅੱਜ ਕੱਲ੍ਹ ਕੁੜੀਆਂ IPS ਇੱਧਰ ਨੂੰ ਵੱਧ ਰਹੀਆਂ ਨੇ, ਆਪਣੀ ਸੋਹਜ ਕਲਾ ਜਿਹੜੀ ਹੈ ਉਹਦੇ 'ਤੇ ਆਪਾਂ ਹੁਣ ਇੰਨਾ ਧਿਆਨ ਨਹੀਂ ਦਿੰਦੇ। ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੇ ਕਿਸੇ ਨੇ ਕਦੀ ਕਿਹਾ ਜਾਂ ਹਰ ਕਿਸੇ ਨੇ ਤੁਹਾਨੂੰ ਹੱਲਾਸ਼ੇਰੀ ਦਿੱਤੀ? ਨਹੀਂ, ਜਦੋਂ ਅਸੀਂ ਸਟਾਰਟਿੰਗ ਕਰਨੀ ਸੀ ਅਸੀਂ ਆਈਡੀਆ ਵੀ ਸ਼ੇਅਰ ਕਰਦੇ ਸੀ ਕਿਸੇ ਨਾਲ। ਨਹੀਂ ਪਤਾ ਹੁੰਦਾ ਵੀ ਤੁਸੀਂ ਨਹੀਂ ਆਈਡੀਆ ਸ਼ੇਅਰ ਕਰਨਾ ਹੁੰਦਾ ਹੈ ਨਾ। ਅਸੀਂ ਤਾਂ ਸਾਰੇ ਸਾਨੂੰ ਕਹਿੰਦੇ ਹੁੰਦੇ ਸੀ ਵੀ ਕੀ ਰੱਖਿਆ ਇਹ ਕੰਮ 'ਚ, ਤੁਸੀਂ ਆਪਣਾ ਪੜ੍ਹੋ ਹੈ ਨਾ। ਅਤੇ ਪਰ ਸਾਇੰਸ ਵੀ ਸਾਨੂੰ ਪੜ੍ਹਾਈ ਦੇ ਨਾਲ ਪੈਸਾ ਵੀ ਤਾਂ ਚਾਹੀਦਾ ਨਾ, ਜੇ ਅਸੀਂ ਪਟਿਆਲੇ 'ਚ ਰਹਿਣਾ ਸਾਨੂੰ ਤਾਂ ਖਰਚਾ ਵੀ ਤਾਂ ਚਾਹੀਦਾ ਨਾ। ਅਤੇ ਪਰ ਉਹੀ ਗੱਲ ਆ ਵੀ ਦੂਸਰਾ ਬੰਦਾ ਇਹ ਚੀਜ਼ ਨਹੀਂ ਸੋਚਦਾ ਹੁੰਦਾ ਅਤੇ ਉਹ ਸਾਨੂੰ ਕਹਿੰਦੇ ਸੀ ਵੀ ਨਹੀਂ ਰਹਿਣ ਦਿਓ, ਵੀ ਇੰਨਾ ਨਹੀਂ ਚੱਲਣਾ, ਵੀ ਕੌਣ ਖਰੀਦਦਾ ਇਹਨਾਂ ਨੂੰ, ਕੌਣ ਪਾਉਂਦਾ ਅੱਜ ਕੱਲ੍ਹ ਝੋਲੇ। ਅਤੇ
ਪਰ ਅਸੀਂ ਫਿਰ ਵੀ ਸੋਚਿਆ ਸੀ ਵੀ ਨਹੀਂ, ਵੀ ਇੱਕ ਵਾਰੀ ਕਰਕੇ ਦੇਖਣਾ ਚਾਹੀਦਾ, ਵੀ ਉਹ 'ਚ ਕੋਈ ਹਰਜ ਨਹੀਂ। ਉਹ ਹੁੰਦਾ ਵੀ ਜਿੰਨੇ ਕੁ ਆਪਾਂ ਨੂੰ ਅੱਗੇ ਲਿਜਾਣ ਵਾਲੇ ਹੁੰਦੇ, ਪੈਰ ਖਿੱਚਣ ਵਾਲੇ ਵੀ ਬਹੁਤ ਹੁੰਦੇ ਆ, ਇਹ ਹਰ ਇੱਕ ਫੀਲਡ 'ਚ ਹੁੰਦੇ ਆ, ਆਪਾਂ ਨੂੰ ਵੀ ਪਤਾ ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਚੀਜ਼ ਕਰ ਹੀ ਲਈ ਸੀ, ਆਪਣਾ ਕੰਮ ਸ਼ੁਰੂ ਕਰ ਲਿਆ ਸੀ। ਅਤੇ ਉਸ ਤੋਂ ਬਾਅਦ ਜਿਵੇਂ ਹੁਣ ਕਈ ਵਾਰ ਇਹ ਹੁੰਦਾ ਵੀ ਨਾਲ ਵਾਲਾ ਬੰਦਾ ਰਿਸਪੌਂਸ ਤੁਹਾਨੂੰ ਸਹੀ ਨਹੀਂ ਦੇ ਰਿਹਾ ਹੁੰਦਾ, ਪਰ ਕੋਈ ਦੂਰ ਬੈਠਾ ਬੰਦਾ ਬਹੁਤ ਚੰਗੀ ਤਰ੍ਹਾਂ ਆਪਾਂ ਨੂੰ ਹੱਲਾਸ਼ੇਰੀ ਦੇ ਦਿੰਦਾ ਹੁੰਦਾ ਹੈ ਨਾ। ਉਹ ਚੀਜ਼ ਹੋਈ ਸੀ ਸਾਡੇ ਨਾਲ, ਜਦੋਂ ਮਤਲਬ ਕਿ ਦੋਸਤਾਂ ਨੇ ਬਹੁਤ ਵਧੀਆ ਉਹ ਕੀਤਾ, ਸਾਨੂੰ ਹੱਲਾਸ਼ੇਰੀ ਦਿੱਤੀ, ਤਾਂ ਸਾਨੂੰ ਲੱਗਿਆ ਵੀ ਠੀਕ ਹੈ, ਵੀ ਚੱਲ ਜੇ ਇੱਥੇ ਨਹੀਂ ਆਪਣੇ ਵਿਕ ਰਹੇ ਹੈ ਨਾ, ਤਾਂ ਬਾਹਰ ਤਾਂ ਵਿਕ ਰਹੇ ਨੇ, ਲੋਕਾਂ ਨੂੰ ਪਸੰਦ ਤਾਂ ਆ ਰਹੇ ਨੇ। ਅਤੇ ਸਾਡੇ ਬੈਗ, ਸਾਨੂੰ ਇਹ ਵੀ ਪਤਾ ਹੈ ਨਾ, 3 ਤੋਂ 4 ਆਰਡਰ ਸਾਡੇ ਬਾਹਰ ਵੀ ਗਏ, ਕੈਨੇਡਾ ਵਗੈਰਾ, ਉਹਨਾਂ ਨੇ ਵੀ ਮੰਗਵਾਏ ਆਪਣਾ ਤੋਂ ਬੈਗ, ਤਾਂ ਇਹ ਚੀਜ਼ ਬਹੁਤ ਵਧੀਆ ਲੱਗੀ ਸਾਨੂੰ। ਸੋ ਦਿਆਲਗੜ੍ਹ ਤੋਂ ਆ ਕੇ ਇੱਕ ਬੇਗਾਨੇ ਸ਼ਹਿਰ ਦੇ ਵਿੱਚ ਬਹਿ ਕੇ ਹੈ ਨਾ ਰੁਪਿੰਦਰ ਆਪਣਾ ਨਾਂ ਬਣਾ ਰਹੀ ਹੈ। ਇਸ ਚੀਜ਼ ਨੂੰ ਘਰ ਦੇ ਕਿਵੇਂ ਦੇਖਦੇ ਆ, ਜਾਂ ਤੁਸੀਂ ਆਪ ਕਿਵੇਂ ਦੇਖਦੇ ਆ? ਇਹ ਸੀ ਘਰ ਦੇ ਪਹਿਲਾਂ ਤੋਂ ਹੀ ਮੰਮੀ ਕਹਿੰਦੇ ਹੁੰਦੇ ਸੀ, ਮੰਮੀ ਦਾ ਵੀ ਹੁੰਦਾ ਸੀ ਨਾ, ਹਰ ਇੱਕ ਮਾਂ ਨੂੰ ਹੁੰਦਾ ਹੈ ਵੀ ਮੇਰੀ ਧੀ ਪੜ੍ਹ ਲਿਖ ਕੇ ਕੋਈ ਜੋਬ ਕਰੇ। ਅਤੇ ਮੇਰੀ ਮੰਮੀ ਨੂੰ ਵੀ ਸੀ, ਉਹ ਕਹਿੰਦੇ, ਮੈਨੂੰ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੀ ਸੀ, ਕਹਿੰਦੀ ਕੰਮ ਕਰਦੀਆਂ ਵੀ ਠੀਕ ਹੈ, ਪਰ ਸੂਈ ਤਾਂ ਅੱਗੇ ਨਾਲ ਹੀ ਨਾ ਟੱਕਰਾਂ ਮਾਰਦੀ ਰਹੀ। ਮੈਨੂੰ ਇਹ ਚੀਜ਼ ਅੱਜ ਵੀ ਹੁਣ ਤਾਂ ਮੈਂ ਬਹੁਤ ਫਰਕ ਆ, ਪਰ ਪਹਿਲਾਂ ਕਹਿੰਦੀ ਹੁੰਦੀ ਸੀ ਪੜ੍ਹ ਲਾ, ਕੁਛ ਬਣ ਜੂ ਤੇਰਾ ਹੈ ਨਾ। ਅਤੇ ਪਰ ਜਦੋਂ ਵੀ ਮੈंने ਇਹ ਕੰਮ ਇੱਥੇ ਸ਼ੁਰੂ ਕੀਤਾ, ਅਤੇ ਉਹਨਾਂ ਨੇ ਕਿਹਾ ਵੀ ਦੇਖ ਕੇ ਹੈ ਨਾ, ਥੋੜ੍ਹਾ ਜਿਹਾ ਸੋਚ ਸਮਝ ਕੇ, ਵੀ ਸਾਨੂੰ ਨਹੀਂ ਪਤਾ ਪਟਿਆਲਾ ਕਿਵੇਂ ਆ, ਉਹ ਨਹੀਂ ਆਏ ਇੱਥੇ ਨਾ ਕਦੀ, ਵੀ ਸਾਨੂੰ ਨਹੀਂ ਪਤਾ ਵੀ ਉੱਥੇ ਦਾ ਕੀ ਮਾਹੌਲ ਆ, ਵੀ ਪਰ ਤੈਨੂੰ ਆਪ ਨੂੰ ਪਤਾ, ਤੂੰ ਰਹੀ ਆ, ਵੀ ਸੋਚ ਸਮਝ ਕੇ ਹੈ ਨਾ, ਜੋ ਵੀ ਕਰਨਾ ਸੋਚ ਸਮਝ ਕੇ ਕਰੀ। ਅਤੇ ਉਸ ਤੋਂ ਬਾਅਦ ਜਦੋਂ ਹੀ ਮਤਲਬ ਕਿ ਰਿਸਪੌਂਸ ਸੋਹਣਾ ਆਇਆ, ਅਤੇ ਮੰਮੀ ਉਰੇ ਉਹੀ ਗੱਲ ਆ, ਮੰਮੀ ਉਰੇ ਉਵੇਂ ਨਹੀਂ ਕਹਿੰਦੇ ਹੁੰਦੇ ਆਪਾਂ ਨੂੰ ਖੁੱਲ੍ਹ ਕੇ ਵੀ ਬਾਤੀ ਤੂੰ ਕਿੰਨਾ ਸੋਹਣਾ ਕੰਮ ਕਰ ਰਹੀ ਆ, ਹੁੰਦੀ ਆ ਹੈ ਨਾ, ਇੱਕ ਗੈਪ ਹੁੰਦਾ ਹੈ। ਅਤੇ ਉਹ ਮੈਨੂੰ ਹੁਣ ਵੀ ਕਹਿੰਦੇ ਰਹਿੰਦੇ ਨੇ, ਪੜ੍ਹਨ ਕਨੀ ਵੀ ਧਿਆਨ ਦੇ ਲਿਆ ਕਰ ਥੋੜ੍ਹਾ ਬਹੁਤਾ, ਇੱਧਰ ਹੀ ਨਾ ਲੱਗੀ ਰਹੀ। ਅਤੇ ਪਰ ਮੈਨੂੰ ਇੰਨਾ ਪਤਾ ਵੀ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ, ਜੇ ਮਤਲਬ ਕਿ ਮੇਰੇ ਸਾਹਮਣੇ ਨਹੀਂ ਉਹ ਗੱਲ ਕਰਦੇ ਹੈ ਨਾ, ਤਾਂ ਜਦੋਂ ਦੂਸਰੇ ਦੋਸਤਾਂ ਨੂੰ ਉਹ ਦੱਸਦੇ ਨੇ, ਡੈਡੀ ਜਿਵੇਂ ਕੰਮ 'ਤੇ ਜਾਂਦੇ ਆ, ਮੇਰੇ ਡੈਡੀ ਦਿਹਾੜੀ ਕਰਦੇ ਆ ਹੈ ਨਾ, ਚਨਾਈ ਦਾ ਕੰਮ, ਅਤੇ ਉਹ ਜਦੋਂ ਆਪਣਾ ਮਤਲਬ ਕਿ ਮੇਰਾ ਕੰਮ ਦਿਖਾਉਂਦੇ ਨੇ ਅੱਗੇ, ਵੀ ਮੇਰੀ ਧੀ ਆਹ ਕੰਮ ਕਰਦੀ ਆ, ਅਤੇ ਉਹਨਾਂ ਦਾ ਜਦੋਂ ਮੈਨੂੰ ਫੋਨ ਆਉਂਦਾ ਵੀ ਬੈਗ ਬਣਾਉਣ, ਤੁਹਾਡੀ ਡੈਡੀ ਤੁਹਾਡੀ ਬਹੁਤ ਤਾਰੀਫ ਕਰ ਰਹੇ ਸੀ, ਤਾਂ ਮੈਨੂੰ ਵੀ ਹੈਰਾਨੀ ਹੁੰਦੀ ਆ ਵੀ ਮੇਰੇ ਸਾਹਮਣੇ ਤਾਂ ਕਦੀ ਕੀਤੀ ਨਹੀਂ। ਮੰਮੀ ਨੇ ਵੀ ਕਦੀ ਕਿਹਾ ਕਿ ਪੁੱਤ ਆਪਣੀ ਫਲਾਣੀ ਮਾਸੀ ਦੇ ਲਈ ਬੈਗ ਬਣਾ ਲਿਆਵੀਂ, ਜਾਂ ਇਹਦੇ ਲਈ? ਹਾਂ, ਉਹ ਹੁੰਦਾ ਅਤੇ ਮੰਮੀ ਕਹਿੰਦੀ ਵੀ ਇਹਦੇ ਵਾਸਤੇ ਬੈਗ ਬਣਾ ਦੇ, ਇਹਦੇ ਵਾਸਤੇ। ਇਹੀ ਹੱਲਾਸ਼ੇਰੀ ਹੁੰਦੀ ਹੈ ਮਾਵਾਂ ਦੀ। ਅਤੇ ਤਾਂ ਕਰਕੇ ਉਹਨਾਂ ਵਾਸਤੇ ਉਹ ਦੁਪੱਟਾ ਖੁਦ ਮੰਮੀ ਨੇ ਆਪਣਾ ਵੀ ਤਿਆਰ ਕਰਵਾਇਆ ਮੇਰੇ ਤੋਂ, ਵੀ ਮੇਰਾ ਵੀ ਆ ਊੜੇ ਆੜੇ ਜਿਹੇ ਵਾਲਾ ਕਰਦੇ, ਅਤੇ ਫਿਰ ਆਪਾਂ ਮੰਮੀ ਦਾ ਵੀ ਕੀਤਾ ਹੈ। ਤਾਂ ਕਰਕੇ ਉਹਨਾਂ ਦਾ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਫੈਮਿਲੀ ਕੀ ਆ, ਬਹੁਤ ਜ਼ਿਆਦਾ ਸਪੋਰਟ ਕਰ ਰਹੀ ਆ ਹੈ ਨਾ। ਜੇ ਉਹ ਬੋਲ ਕੇ ਨਹੀਂ ਕਰ ਰਹੀ, ਤਾਂ ਆਪਾਂ ਨੂੰ ਪਤਾ ਪਿੱਛੇ ਪਾਵਰ ਹੈ ਨਾ, ਅਤੇ ਰੋਕ ਵੀ ਨਹੀਂ ਰਹੇ ਨਾ ਉਹ ਇਹ ਕੰਮ ਤੋਂ। ਤਾਂ ਕਰਕੇ ਮੈਨੂੰ ਲੱਗਦਾ ਵੀ ਉਹ ਡਾਇਰੈਕਟ ਨਹੀਂ ਕਹਿ ਪਾਉਂਦੇ, ਪਰ ਮੈਨੂੰ ਪਤਾ ਵੀ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਨੇ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਹੈ ਕਿ ਸਾਡੀ ਧੀ ਕੋਈ ਕੁਰਸੀ 'ਤੇ ਬੈਠ ਕੇ ਕਰਨ ਵਾਲੀ ਆਰਾਮਦਾਇਕ ਜਿਹੜੀ ਨੌਕਰੀ ਆ ਉਹ ਕਰੇ, ਤਾਂ ਉਹ ਚੀਜ਼ ਪੇਰੈਂਟਸ 'ਚ ਹੁੰਦੀ ਵੀ ਇੰਨਾ ਪੜ੍ਹੀ ਲਿਖੀ ਹੈ ਨਾ। ਤੁਹਾਨੂੰ ਕਦੀ ਆਪ ਨੂੰ ਨਹੀਂ ਇੱਦਾਂ ਹੋਇਆ ਕਿ ਮੈਂ ਇੰਨਾ ਪੜ੍ਹੀ ਲਿਖੀ ਹਾਂ, ਔਰ ਕਢਾਈ ਦਾ ਕੰਮ ਤਾਂ 10 ਪੜ੍ਹਿਆ ਬੰਦਾ ਵੀ ਕਰ ਸਕਦਾ, ਜਾਂ 8 ਪੜ੍ਹਿਆ ਬੰਦਾ ਵੀ ਕਰ ਸਕਦਾ ਆ, ਮੈਂ ਕਰ ਰਹੀ ਹਾਂ, ਮੈਂ ਤਾਂ ਨੈੱਟ ਕਲੀਅਰ ਕੀਤਾ, ਮਾਸਟਰਸ ਕੀਤੀ ਹੋਈ ਹੈ ਨਾ, ਅਤੇ ਕਦੀ ਦਿਲ ਨੂੰ ਇਹ ਚੀਜ਼ ਨਹੀਂ ਆਉਂਦੀ? ਨਹੀਂ, ਮੈਨੂੰ ਇਹ ਚੀਜ਼ ਕਦੀ ਵੀ ਨਹੀਂ ਆਈ ਐਵੇਂ ਕਹਾਂ। ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਮੈਂ ਅੱਜ ਨੈੱਟ ਕਲੀਅਰ ਕੀਤਾ, ਮੈਂ ਇਸ ਕੰਮ ਕਰਕੇ ਹੀ ਕੀਤਾ। ਤਾਂ ਮੈਨੂੰ ਹੁਣ ਇਹ ਵੀ ਲੱਗਦਾ ਇਨ ਫਿਊਚਰ ਮੈਂ ਜਾ ਕੇ ਜੋਬ ਵੀ ਕਰੂੰ, ਤਾਂ ਪਰ ਮੈਂ ਕੰਮ ਨਹੀਂ ਛੱਡੂੰ, ਕਿਉਂਕਿ ਇੱਕ ਜਿਵੇਂ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਚੀਜ਼ 'ਚ ਕੀ ਹੈ ਨਾ, ਸਕੂਨ ਵੀ ਹੈ, ਇੱਕ ਸਾਥ ਨਹੀਂ, ਜਿਵੇਂ ਆਪਾਂ ਨੂੰ ਕਿਸੇ ਦਾ ਸਾਥ ਮਹਿਸੂਸ ਹੋ ਰਿਹਾ ਵੀ ਕੋਈ ਮੇਰੇ ਨਾਲ ਖੜਾ। ਤਾਂ ਮੈਨੂੰ ਮੇਰੀ ਮਸ਼ੀਨ ਵੱਲੋਂ ਵੇਖ ਕੇ ਵੀ ਹਮੇਸ਼ਾ ਇਹ ਫੀਲ ਹੁੰਦਾ ਵੀ ਯਾਰ ਮੈਂ ਇਕੱਲੀ ਨਹੀਂ, ਮੇਰੇ ਨਾਲ ਕੋਈ ਹੈ ਨਾ। ਮੈਨੂੰ ਇਹ ਹਮੇਸ਼ਾ ਇਹ ਹੋਇਆ, ਜਿਵੇਂ ਉਹ ਮਸ਼ੀਨ ਮੇਰੀ ਕਾਫੀ ਪੁਰਾਣੀ ਆ, ਅਤੇ ਕਈ ਵਾਰ ਇਹ ਹੁੰਦਾ ਵੀ ਤੁਸੀਂ ਨਵੀਂ ਮਸ਼ੀਨ ਲੈ ਲਓ ਹੈ ਨਾ, ਮੰਮੀ ਵੀ ਕਹਿੰਦੀ ਆ ਪਰ ਨਵੀਂ ਲੈ, ਮੈਂ ਕਿਹਾ ਨਹੀਂ, ਉਹਦੇ ਨਾਲ ਇੱਕ ਜਿਹੜੀ ਫੀਲਿੰਗ ਹੈ ਨਾ, ਮਤਲਬ ਕਿ ਮੈਂ ਸਮਝ ਸਕਦੀ ਹਾਂ, ਮੈਨੂੰ ਇੰਨੀ ਕੁ ਫੀਲਿੰਗ ਹੁੰਦੀ ਆ ਵੀ ਯਾਰ ਜੇ ਮੇਰੇ ਨਾਲ ਕੋਈ ਵੀ ਨਹੀਂ ਹੋਊਗਾ ਤਾਂ ਇਹ ਮੇਰੇ ਨਾਲ ਹੋਊਗੀ। ਅਤੇ ਜੇ ਮੈਨੂੰ BA ਤੋਂ ਲੈ ਕੇ ਇੱਥੇ ਤੱਕ ਨੈੱਟ ਕਲੀਅਰ ਕਰਕੇ, B.Ed ਕਰਕੇ ਅੱਗੇ ਜਾ ਕੇ ਮੈंने PhD ਦਾ ਵੀ ਕਰਨਾ ਹੈ ਨਾ, ਤਾਂ ਕਮ ਸੇ ਕਮ ਉਹ ਮੇਰੇ ਨਾਲ ਹੈ, ਉਹਦੇ ਕਰਕੇ ਹੀ ਮੈਂ ਇੱਥੇ ਹਾਂ। ਜੇ ਮੈਂ ਕਹਾਂ ਕੱਲ੍ਹ ਨੂੰ ਇਹ ਕੰਮ 'ਚ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ, ਕਦੇ ਵੀ ਨਹੀਂ ਹੋਊਗਾ ਐਵੇਂ। ਮੈਂ ਕੱਲ੍ਹ ਨੂੰ ਜੋਬ ਵੀ ਕਰੂੰਗੀ ਤਾਂ ਵੀ ਮੈਂ ਇਹ ਕੰਮ ਕਰੂੰਗੀ, ਮੈਨੂੰ ਇੰਨਾ ਕੁ ਪਤਾ। ਅੱਛਾ, ਬਹੁਤ ਸਾਰੀਆਂ ਕੁੜੀਆਂ ਨੇ ਸਾਡੇ ਕੋਲੋਂ ਹੈ ਨਾ, ਅਸੀਂ ਚੱਲ ਕੁੜੀਆਂ ਦੀ ਵੀ ਜੇ ਗੱਲ ਛੱਡਦੀ, ਅਸੀਂ ਦੇਖਦੇ ਹਾਂ ਕਈ ਸਹੀ ਸਲਾਮਤ ਹੱਥ ਪੈਰ ਉਹਨਾਂ ਦੇ ਮੌਜੂਦ ਹੁੰਦੇ ਆ ਹੈ ਨਾ, ਉਹ ਬੱਸਿਸ ਦੇ ਵਿੱਚ ਜਾ ਕੇ ਬੜੇ ਆਰਾਮ ਦੇ ਨਾਲ ਹੱਥ ਅੱਗੇ ਕਰਕੇ ਮੰਗ ਕੇ ਕਿ ਹੈ ਨਾ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਕਰਨੀ ਹੈ, ਜਾਂ ਸਾਨੂੰ ਪੈਸੇ ਦੇ ਦਿਓ, ਜਾਂ ਅਸੀਂ ਖੁਦ ਕੁਛ ਕਰਨਾ ਆ ਹੈ ਨਾ। ਸੋ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਇਸ ਤਰ੍ਹਾਂ ਦਾ ਵੀ ਇੱਕ ਮਾਨਸਿਕਤਾ ਹੈਗੀ ਆ ਕਿ ਇਵੇਂ ਮੰਗ ਕੇ ਵੀ ਪੈਸਾ ਲੈ ਸਕਦੇ ਹਾਂ, ਘਰ ਚਲਾ ਸਕਦੇ ਹਾਂ। ਪਰ ਤੁਸੀਂ ਹੈ ਨਾ ਦੱਸਿਆ ਨਾਲ ਨਾਲ ਪੜ੍ਹਾਈ, ਨਾਲ ਨਾਲ ਪਹਿਲਾਂ ਸਕੂਲ 'ਚ ਵੀ ਪੜ੍ਹਾਇਆ ਹੈ ਨਾ, ਇੰਨੇ ਉੱਦਮ ਕਰਦੇ ਆ। ਤੁਹਾਨੂੰ ਕੀ ਲੱਗਦਾ ਉਹਨਾਂ ਲੋਕਾਂ ਦੀ ਸੋਚ ਦੇ ਵਿੱਚ ਇੰਨਾ ਫ਼ਰਕ ਕਿਉਂ ਆ? ਮੇਨ ਇਹ ਹੁੰਦਾ ਕਈ ਵਾਰ ਕਿਸੇ ਚੀਜ਼ ਦੀ ਨਾ ਆਦਤ ਪੈ ਜਾਂਦੀ ਆ, ਜਿਵੇਂ ਉਹਨਾਂ ਨੂੰ ਵੀ ਮੈਂ ਹਮੇਸ਼ਾ ਜੋ ਮੰਗ ਤੋਂ ਮੈਂ ਕਦੇ ਉਹਨਾਂ ਨੂੰ ਕੁਛ ਨਹੀਂ ਦਿੰਦੀ ਹੁੰਦੀ। ਇਹਦਾ ਮਤਲਬ ਇਹ ਨਹੀਂ ਹੈ ਮੇਰੇ ਕੋਲ ਹੁੰਦਾ ਨਹੀਂ,
ਜਾਂ ਵੀ ਕਹਿੰਦੇ ਆ ਵੀ ਯਾਰ ਜਮੀ ਤਰਸ ਨਹੀਂ ਆਉਂਦਾ, ਇਹ ਚੀਜ਼ ਨਹੀਂ। ਮੈਂ ਹਮੇਸ਼ਾ ਉਹਨਾਂ ਨੂੰ ਇਹ ਗੱਲ ਕਹਿਣੀ ਹੁੰਦੀ ਆ ਵੀ ਹੱਥ ਪੈਰ ਹੈਗੇ ਆ ਨਾ, ਕੋਈ ਕੰਮ ਕਰ ਲਓ। ਵੀ ਅਸੀਂ ਖੁਦ ਕਰਕੇ ਪੜ੍ਹ ਰਹੇ ਹਾਂ, ਵੀ ਤੁਸੀਂ ਕਿਉਂ ਨਹੀਂ ਕਰ ਸਕਦੇ, ਹੈ ਨਾ। ਇਹ ਚੀਜ਼ ਮੈਨੂੰ ਆਦਤ ਦਾ ਇਹ ਹੁੰਦਾ ਨਾ, ਜਦੋਂ ਉਹ ਕਹਿੰਦੇ ਹੁੰਦੇ ਨੇ ਮੰਗ ਕੇ ਸਰ ਜੇ ਤਾਂ ਅਗਲਾ ਹੱਥ ਕਿਉਂ ਹਿਲਾਊਗਾ। ਉਹਨਾਂ ਨੂੰ ਉਹ ਚੀਜ਼ ਦਾ ਜਦੋਂ ਸਰ ਹੀ ਰਿਹਾ ਮੰਗ ਕੇ, ਤਾਂ ਉਹ ਕਿਉਂ ਕੰਮ ਕਰਨਗੇ ਬਈ, ਉਹ ਚੀਜ਼ ਹੋ ਜਾਂਦੀ ਆ। ਆਪਣੇ ਵਰਗੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਪਿੰਡਾਂ ਵਿੱਚੋਂ ਕਈ ਵਾਰ ਬਹੁਤ ਵੱਡੇ ਵੱਡੇ ਸੁਪਨੇ ਲੈ ਕੇ ਆਉਂਦੀਆਂ ਨੇ, ਹੈ ਨਾ। ਹੁਣ ਤੁਸੀਂ, ਤੁਹਾਡੇ ਕੋਲ ਇੰਨੀ ਸਮਝ ਆ, ਤਾਂ ਤੁਸੀਂ ਵੀ ਦੱਸਿਆ ਕਿ ਪਹਿਲਾਂ ਬੈਗ ਜਿਹੜੇ ਸੀਗੇ, ਜਿਹੜਾ ਤੁਸੀਂ ਮਟੀਰੀਅਲ ਸੀਗਾ ਕਿਸੇ ਹੋਰ ਦਾ ਹੁੰਦਾ ਸੀ, ਤੁਸੀਂ ਸਿਰਫ ਕਢਾਈ ਕਰਦੇ ਸੀ, ਪਰ ਹੌਲੀ ਹੌਲੀ ਤੁਸੀਂ ਜਿਹੜੇ ਠੋਸ ਫੈਸਲੇ ਖੁਦ ਲਏ ਆ, ਹੈ ਨਾ। ਅਤੇ ਪਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇਸ ਤਰ੍ਹਾਂ ਦੂਸਰਿਆਂ ਦੇ ਹੱਥਾਂ ਵਿੱਚ ਵਿਕ ਜਾਂਦੀਆਂ ਨੇ, ਜਾਂ ਦੂਸਰਿਆਂ ਦੇ ਮਤਲਬ ਪੂਰਤੀ ਦਾ ਉਹ ਰਹਿ ਜਾਂਦੀਆਂ ਆ, ਕੀ ਕਹਿਣਾ ਚਾਹੋਗੇ? ਮੈਨੂੰ ਮੇਨ ਕੁੜੀਆਂ ਵਾਸਤੇ ਇਹ ਹੁੰਦਾ ਮੈਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਹੱਥੀਂ ਕੰਮ ਸਿੱਖ ਲਓ ਆਪਣਾ। ਕਮ ਸੇ ਕਮ ਜੇ ਤੁਸੀਂ ਕਿਸੇ ਲਈ ਨਹੀਂ ਸਟੈਂਡ ਲੈ ਸਕਦੇ, ਆਪਣੇ ਲਈ ਸਟੈਂਡ ਲੈ ਸਕੋਗੀਆਂ। ਕਿਉਂਕਿ ਜਦੋਂ ਤੁਹਾਡੇ ਕੋਲ ਹੱਥੀਂ ਮਿਹਨਤ ਹੋਊਗੀ, ਕਿਰਤ ਹੋਊਗੀ, ਕਿਤੇ ਵੀ ਜਾ ਕੇ ਆਪਣਾ ਕੰਮ ਸ਼ੁਰੂ ਕਰੋਗੇ, ਆਪਣੇ ਖਾਣ ਜੋਗਾ ਤਾਂ ਕਮਾਈ ਲਾਓਗੇ ਨਾ। ਕਿਸੇ ਦੇ ਮੂੰਹ ਵੱਲ ਤਾਂ ਨਹੀਂ ਵੇਖੋਗੇ ਤੁਸੀਂ ਵੀ ਉਹ ਮੈਨੂੰ ਰੋਟੀ ਦਊਗਾ। ਜਿੱਦਾਂ ਕਹਿੰਦੇ ਕੁੜੀਆਂ ਸਭ ਤੋਂ ਪਹਿਲਾਂ, ਹੈ ਨਾ, ਵੀ ਆਪਣੇ ਡੈਡੀ ਦੇ ਜਾਂ ਬਾਪ ਦੇ ਸਹਾਰੇ ਹੁੰਦੀਆਂ, ਪਿਓ ਦੇ ਸਹਾਰੇ, ਹੈ ਨਾ। ਉਸ ਤੋਂ ਬਾਅਦ ਹਸਬੈਂਡ ਦੇ ਸਹਾਰੇ ਹੋ ਜਾਂਦੀਆਂ, ਅਤੇ ਆਪ ਉਹ ਕੁਛ ਵੀ ਨਹੀਂ ਕਰਦੀਆਂ ਹੁੰਦੀਆਂ। ਤਾਂ ਕਰਕੇ ਹਮੇਸ਼ਾ ਮੈਂ ਕੁੜੀਆਂ ਨੂੰ ਇਹ ਗੱਲ ਕਹਿਣੀ ਹੁੰਦੀ ਹਾਂ ਵੀ ਜੇ ਤੁਹਾਡਾ ਸਰ ਵੀ ਰਿਹਾ ਨਾ, ਤਾਂ ਵੀ ਜੇ ਤੁਸੀਂ ਪਾਰਟ ਟਾਈਮ ਬੈਠੇ ਹੋ, ਫਰੀ ਹੋ, ਤਾਂ ਕੁਛ ਸਿੱਖ ਲਓ। ਕੱਲ੍ਹ ਨੂੰ ਨਹੀਂ ਪਤਾ ਲੱਗਦਾ ਹੁੰਦਾ ਕਿਹੋ ਜਿਹੇ ਕੀ ਹਾਲਾਤ ਆਉਂਦੇ ਆ। ਅਤੇ ਤਾਂ ਕਰਕੇ ਕਮ ਸੇ ਕਮ ਤੁਹਾਡੇ ਕੋਲ ਹੱਥੀਂ ਹੁਨਰ ਹੋਊਗਾ ਤਾਂ ਕਿਸੇ ਵੀ ਟਾਈਮ ਜਾ ਕੇ ਤੁਸੀਂ ਮਾਰ ਨਹੀਂ ਖਾਓਗੇ, ਖੁਦ ਕਮਾ ਕੇ ਖਾ ਲਓਗੇ ਆਪਣਾ। ਅਤੇ ਆਪਣੇ, ਮੈਨੂੰ ਇਹ ਲੱਗਦਾ ਸਿਰਫ ਕਮਾ ਕੇ ਖਾਣ ਦਾ ਨਹੀਂ, ਤੁਸੀਂ ਆਪਣੇ ਸ਼ੌਂਕ ਵੀ ਪੂਰੇ ਕਰ ਲਓਗੇ। ਹੁਣ ਮੈਂ ਵੀ ਤਾਂ, ਤੁਸੀਂ ਲਾ ਲਓ ਸਾਹਿਬ, ਹੈ ਨਾ, ਵੀ ਜੇ ਹੱਥੀਂ ਕੁਛ ਸੀ, ਹੁਨਰ ਸੀ, ਤਾਂ ਆਪਣੇ ਸ਼ੌਂਕ ਵੀ ਪੂਰਾ ਕਰ ਰਹੀ ਹਾਂ ਇੱਥੇ, ਹੈ ਨਾ। ਪੜ੍ਹਨ ਦਾ ਸੀ, ਜੋ ਵੀ ਸੀ, ਚਾਹੇ ਸ਼ੌਂਕ, ਨਾ, ਤੁਸੀਂ ਇਹ ਲਾ ਲਓ, ਉਹ ਨਹੀਂ ਹੁੰਦਾ ਵੀ ਕਿ ਘੁੰਮਣ ਫਿਰਨ ਦਾ ਇਹ ਵੋ, ਪਰ ਇੰਨਾ ਕੁ ਵੀ ਕਮ ਸੇ ਕਮ ਆਪਣੇ ਪੈਰਾਂ 'ਤੇ ਤਾਂ ਖੜੇ ਹੋ ਜਾਓਗੇ, ਜ਼ਿਆਦਾ ਨਹੀਂ ਕੁਛ ਤਾਂ ਇਹ ਚੀਜ਼। ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ। ਸੋ ਦੋਸਤੋ, ਇਹ ਸੀ ਸਾਡੇ ਨਾਲ ਸੰਗਰੂਰ ਦੀ ਧੀ ਰੁਪਿੰਦਰ ਕੌਰ। ਤੁਸੀਂ ਦੇਖਿਆ ਕਿਵੇਂ ਜ਼ਿੰਦਗੀ ਉਮੀਦ ਅਤੇ ਹਿੰਮਤ ਦੇ ਨਾਲ ਭਰੀ ਹੋਈ ਇਹ ਪੰਜਾਬੀ ਮੁਟਿਆਰ ਹੈ, ਜੋ ਲਗਾਤਾਰ ਕਿਤੇ ਨਾ ਕਿਤੇ ਕੋਸ਼ਿਸ਼ ਹੈ ਜ਼ਿੰਦਗੀ 'ਚ ਅੱਗੇ ਵਧਣ ਦੀ, ਇੱਕ ਚਿਣਗ ਹੈ ਕੁਛ ਕਰਨ ਦੀ। ਔਰ ਸਭ ਤੋਂ ਵੱਡੀ ਗੱਲ ਜੋ ਰੁਪਿੰਦਰ ਨੇ ਵੀ ਕਹੀ ਕਿ ਹੱਥਾਂ ਦੀ ਕਲਾ ਔਰਤ ਦੇ ਲਈ ਜਾਂ ਕੁੜੀਆਂ ਦੇ ਲਈ ਬਹੁਤ ਜ਼ਰੂਰੀ ਹੈ। ਸੋ ਅਸੀਂ ਕਹਿ ਦਿੰਦੇ ਹਾਂ ਕਿ ਇਹ ਪੁਰਾਣੇ ਰਿਵਾਜ ਹੋ ਗਏ ਨੇ ਸਿਲਾਈਆਂ ਕਢਾਈਆਂ ਦੇ, ਪਰ ਸਾਨੂੰ ਇਹ ਵੀ ਪਤਾ ਹੈ ਕਿ ਚਾਹੇ ਕੋਈ